गुड मॉर्निंग एवरीवन। हाँ जी, कैसे हो मेरे 10th क्लास के सभी स्टूडेंट्स? आप उम्मीद है कि आप अपने अपने घरों में खैरियत से हैं, सुरक्षित हैं, तंदुरुस्त हैं। हाँ जी डियर स्टूडेंट्स, आपको लॉकडाउन के इस पीरियड में एक मौका मिला है खुद को संवारने का, खुद को बनाने का, खुद को समझने का, आत्ममंथन करने का, अपनी आइडेंटिटी, अपने अस्तित्व को निखारने का। सो डियर स्टूडेंट्स, घर में रहकर भी बहुत अच्छे से आप अपने आप को बहुत सारी एक्टिविटीज़ में इन्वॉल्व करके अपनी एनर्जी को सही जगह पर यूटिलाइज कर सकते हो और उस एनर्जी को चैनलाइज कर सकते हो। और मुझे उम्मीद है कि आप अपने अपने घरों में रहकर ये सब कर भी रहे होंगे। और आप सब इसी तरीके से एक्टिव रहिए, सेहतमंद रहिए, तंदुरुस्त रहिए। ये कामना जो है हम भगवान से हर वक्त करते रहते हैं। और ये लॉकडाउन खुलने के लिए भी हम उस परमात्मा का शुक्रिया अदा करते रहते हैं कि जल्द से जल्द लॉकडाउन खुले, हम सब एक बार फिर से इकट्ठे हों, मिलें और जो एक एक्सपीरियंस रहा है इस लॉकडाउन के दौरान वो सब हम एक दूसरे से शेयर कर सकें। हाँ जी मेरे प्यारे बच्चों, इससे पहले मैंने आपको 4 ऑडियोज़ भेजी। उन चारों ऑडियोज़ के जितने भी चैप्टर थे उनके क्वेश्चन आंसर्स आपको भेजे गए हैं। और मुझे उम्मीद है कि आपने एक एक ऑडियो को सुनकर सभी क्वेश्चन आंसर्स की रिटन प्रैक्टिस भी की होगी, जो कि आपके लिए बहुत ज़रूरी है, क्योंकि फर्दर जो फ्यूचर में आपके एग्ज़ाम्स होंगे उनके लिए आपको बहुत ये एक फ्रूटफुल रहेगा कि आपने बहुत अच्छे से रिवीजन की हुई है। सो ਅੱਜ मैं फिर तो ਤੁਹਾਡਾ ਪੰਜਾਬੀ ਦਾ ਅਧਿਆਪਕ ਯੋਗੇਸ਼ ਸ਼ਰਮਾ ਇੱਕ ਨਵੇਂ ਟੌਪਿਕ, ਇੱਕ ਨਵੇਂ ਵਿਸ਼ੇ ਨੂੰ ਲੈ ਕੇ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਰਿਹਾ ਹਾਂ। ਸੋ ਵਿਸ਼ਾ ਹੈ ਹੈਂਕੜ ਅਤੇ ਹਉਮੈ ਦੀ ਮਾਰ, ਲੇਖਕ ਡਾਕਟਰ ਹਰਸ਼ਿੰਦਰ ਕੌਰ। ਹੈਂਕੜ ਅਤੇ ਹਉਮੈ ਇੱਕੋ ਹੀ ਸ਼ਬਦ ਹਨ, ਜਿਸ ਦਾ ਅਰਥ ਹੈ ਘਮੰਡ, ਅਹੰਕਾਰ, ਆਕੜ। ਜਿਹੜਾ ਕਿ ਪੰਜ ਵਿਕਾਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਮਾਇਆ, ਅਹੰਕਾਰ। ਕਾਮ, ਕ੍ਰੋਧ, ਲੋਭ, ਮੋਹ, ਮਾਇਆ, ਅਹੰਕਾਰ, ਇਹ 5 ਵਿਕਾਰ ਨੇ। ਇਹਨਾਂ ਵਿਕਾਰਾਂ ਦੇ ਵਿੱਚੋਂ ਇੱਕ ਵਿਕਾਰ ਹੈ ਅਹੰਕਾਰ, ਜਿਹਨੂੰ ਅਸੀਂ ਕਹਿ ਰਹੇ ਹਾਂ ਹਉਮੈ ਜਾਂ ਹੈਂਕੜ। ਹੁਣ ਇਸ ਦੀ ਮਾਰ ਕਿੰਨੀ ਕੁ ਬੁਰੀ ਹੈ, ਹਉਮੈ ਗ੍ਰਸਤ ਇਨਸਾਨ ਕਿੰਨਾ ਕੁ ਮਾੜਾ ਹੋ ਜਾਂਦਾ ਹੈ, ਘਮੰਡ ਨਾਲ ਭਰਿਆ ਇਨਸਾਨ ਕਿਵੇਂ ਆਪਣੇ ਅਸਤਿਤਵ ਨੂੰ, ਆਪਣੇ ਅਖਲਾਕ ਨੂੰ ਵੀ ਗਿਰਾ ਲੈਂਦਾ ਹੈ, ਉਸੇ ਬਾਰੇ ਹੀ ਅੱਜ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹ ਰਹੇ ਹਾਂ। ਉਪਰੋਕਤ ਲੇਖ ਵਿੱਚ ਲੇਖਕਾ ਨੇ ਹੰਕਾਰ ਕਾਰਨ ਹੁੰਦੇ ਨੁਕਸਾਨ ਦੀ ਸਮੱਸਿਆ ਉੱਪਰ ਜ਼ੋਰ ਦਿੱਤਾ ਹੈ ਕਿ ਹੰਕਾਰ ਕਰਕੇ ਵਿਅਕਤੀ ਆਪਣਾ ਕਿੰਨਾ ਵੱਡਾ ਨੁਕਸਾਨ ਕਰਦਾ ਹੈ। ਆਪਾਂ ਇੱਕ ਕਹਾਵਤ ਵੀ ਸੁਣਦੇ ਹਾਂ, ਹੰਕਾਰਿਆ ਸੋ ਮਾਰਿਆ। ਜਿਹੜਾ ਵਿਅਕਤੀ ਆਪਣੇ ਅੰਦਰ ਹੰਕਾਰ ਨੂੰ ਘਰ ਕਰ ਲੈਂਦਾ ਹੈ, ਹੰਕਾਰ ਨੂੰ ਵਸਾ ਲੈਂਦਾ ਹੈ, ਉਸ ਦੀ ਕਦੇ ਵੀ ਪ੍ਰਸਿੱਧੀ ਨਹੀਂ ਹੁੰਦੀ, ਪ੍ਰਸ਼ੰਸਾ ਨਹੀਂ ਹੁੰਦੀ। ਹਉਮੈ ਦਾ ਦੋਸਤੀਆਂ ਜਾਂ ਹੋਰ ਸੰਬੰਧਾਂ ਉੱਪਰ ਵੀ ਅਸਰ ਪੈਂਦਾ ਹੈ। ਪਾਠ ਵਿੱਚ ਹੰਕਾਰੀ ਵਿਅਕਤੀ ਦੇ ਲੱਛਣ ਦੱਸੇ ਗਏ ਹਨ। ਲੇਖਕਾਂ ਨੇ ਇੱਕ ਜ਼ਖਮੀ ਬੱਚੇ ਦੀ ਦਰਦਨਾਕ ਕਹਾਣੀ ਰਾਹੀਂ ਹੰਕਾਰੀ ਵਿਅਕਤੀ ਦਾ ਪਰਦਾ ਵੀ ਫਾਸ਼ ਕੀਤਾ ਹੈ। ਲੇਖ ਵਿੱਚ ਹੰਕਾਰੀ ਵਿਅਕਤੀ ਨਾਲ ਨਜਿੱਠਣ ਅਤੇ ਉਸਦੇ ਅਸਰ ਤੋਂ ਬਚਣ ਲਈ ਕਈ ਸੁਝਾਅ ਵੀ ਦਿੱਤੇ ਗਏ ਹਨ। ਲੇਖਿਕਾ ਇਸ ਗੱਲ ਉੱਪਰ ਜ਼ੋਰ ਦਿੰਦੀ ਹੈ ਕਿ ਹੰਕਾਰੀ ਵਿਅਕਤੀ ਨੂੰ ਬੇਧਿਆਨ ਕਰਨ ਨਾਲ ਹੀ ਉਸਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਤੁਸੀਂ ਹੰਕਾਰੀ ਵਿਅਕਤੀ ਤੋਂ ਕਿਵੇਂ ਬਚ ਸਕਦੇ ਹੋ, ਉਹ ਵੀ ਇਸ ਲੇਖ ਵਿੱਚ ਦੱਸਿਆ ਗਿਆ ਹੈ। ਉਸ ਦੀਆਂ ਗੱਲਾਂ ਨੂੰ ਅਣਸੁਣਿਆ ਕਰੋ, ਉਸ ਨੂੰ ਇੰਨੀ ਤਵੱਜੋ ਨਾ ਦਿਓ, ਇੰਨੀ ਇੰਪੋਰਟੈਂਸ ਨਾ ਦਿਓ। ਅਜਿਹਾ ਵੀ ਬੰਦਾ ਜੋ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਕੋਈ ਇੰਪੋਰਟੈਂਸ ਨਹੀਂ ਰੱਖਦਾ। ਜਦੋਂ ਤੁਸੀਂ ਇਹ ਸੋਚਣਾ ਸ਼ੁਰੂ ਕਰ ਦੋਗੇ ਤਾਂ ਤੁਹਾਡੇ ਉੱਤੇ ਉਹਦੀਆਂ ਕਈਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਵੇਗਾ। ਸੋ ਲੇਖਿਕਾ ਕਹਿਣਾ ਚਾਹੁੰਦੀ ਹੈ ਕਿ ਹੈਂਕੜ ਅਤੇ ਹਉਮੈ ਦੀ ਮਾਰ ਵਿੱਚ ਉਹ ਦੱਸ ਰਹੀ ਹੈ ਕਿ ਹੰਕਾਰੀ ਵਿਅਕਤੀ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ, ਹੰਕਾਰ ਨੂੰ ਆਪਣੇ ਅੰਦਰੋਂ ਬਾਹਰ ਕਿਵੇਂ ਕੱਢਣਾ ਚਾਹੀਦਾ ਹੈ। ਹਉਮੈ ਇੱਕ ਵੱਡਾ ਰੋਗ ਹੈ। ਕਿਵੇਂ? ਹਉਮੈ ਆਪਣੇ ਆਪ ਵਿੱਚ ਹੀ ਬਹੁਤ ਵੱਡਾ ਰੋਗ ਹੈ। ਹਰ ਇੱਕ ਨੂੰ ਕੋਈ ਨਾ ਕੋਈ ਹੰਕਾਰ ਘਰ ਕਰ ਲੈਂਦਾ ਹੈ। ਜਿਵੇਂ ਪੈਸੇ ਵਾਲੇ ਨੂੰ ਆਪਣੇ ਹੀ ਪੈਸੇ ਦੀ ਆਕੜ ਹੁੰਦੀ ਹੈ, ਕਈਆਂ ਨੂੰ ਰੁਤਬੇ ਦਾ ਹੰਕਾਰ ਹੁੰਦਾ ਨਾ, ਕਈਆਂ ਨੂੰ ਆਪਣੀ ਪੋਸਟ ਦੀ ਬੜਾ ਅਹੰਕਾਰ ਹੁੰਦਾ ਹੈ ਕਿ ਮੈਂ ਬੜੇ ਉੱਚੇ ਅਹੁਦੇ 'ਤੇ ਹਾਂ, ਮੈਂ ਬੜੇ ਉੱਚੇ ਰੁਤਬੇ 'ਤੇ ਹਾਂ, ਉਸ ਨੂੰ ਉਸਦਾ ਹੀ ਅਹੰਕਾਰ ਹੈ। ਕਿਸ ਨੂੰ ਬਹੁਤੀ ਮਾਇਆ ਦਾ ਹੰਕਾਰ ਹੈ, ਬਹੁਤੇ ਧਨ ਦਾ ਹੰਕਾਰ ਹੈ।
ਬੁੱਧੀਜੀਵੀਆਂ ਇੰਟੈਲੈਕਚੁਅਲਸ ਨੂੰ ਵੀ ਹੰਕਾਰ ਹੁੰਦਾ ਹੈ। ਬਹੁਤੇ ਜਿਹੜੇ ਬੁੱਧੀਜੀਵੀ ਵਿਦਵਾਨ ਬਣ ਜਾਂਦੇ ਹਨ ਉਹਨਾਂ ਨੂੰ ਆਪਣੀ ਵਿਦਵਤਾ ਦਾ ਹੀ ਬਹੁਤ ਅਹੰਕਾਰ ਹਉਮੈ ਆ ਜਾਂਦੀ ਹੈ ਕਿ ਮੈਂ ਬਹੁਤ ਗਿਆਨਵਾਨ ਹਾਂ, ਬੜਾ ਗਿਆਨੀ ਧਿਆਨੀ ਹਾਂ, ਉਸ ਚੀਜ਼ ਦਾ ਹੀ ਬਹੁਤ ਅਹੰਕਾਰ ਹੋ ਜਾਂਦਾ ਹੈ, ਜੋ ਉਹਨਾਂ ਲਈ ਚੰਗਾ ਵੀ ਤੇ ਮਾੜਾ ਦੋਵੇਂ ਹੀ ਸਾਬਤ ਹੁੰਦਾ ਹੈ। ਹਉਮੈ ਨੂੰ ਕਾਬੂ ਵਿੱਚ ਰੱਖਣਾ ਆਮ ਬੰਦੇ ਦਾ ਕੰਮ ਨਹੀਂ ਹੁੰਦਾ। ਇਸ ਦੇ ਨਾਲ ਸਰੀਰ ਨੂੰ ਕਈ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ, ਬੇਚੈਨੀ ਵੱਧ ਜਾਂਦੀ ਹੈ। ਹੰਕਾਰ ਤੇ ਕਾਬੂ ਪਾਉਣਾ ਆ ਗਿਆ ਤਾਂ ਸਮਝੋ ਰੱਬ ਦਾ ਰੂਪ ਹੀ ਹੋ ਗਿਆ। ਬੰਦੇ ਦੇ ਅੰਦਰ ਵਿਕਾਰਾਂ ਨੂੰ ਕਿਉਂ ਭਰਿਆ ਗਿਆ ਹੈ? ਇਸੇ ਕਰਕੇ ਭਰਿਆ ਗਿਆ ਹੈ ਕਿ ਬੰਦਾ ਰੱਬ ਦਾ ਰੂਪ ਕਦੀ ਧਾਰਨ ਕਰ ਹੀ ਨਹੀਂ ਸਕਦਾ। ਪਰ ਜਿਹੜੇ ਇਸ ਵਿਕਾਰ ਤੇ ਭਾਵ ਹਉਮੈ ਹੰਕਾਰ ਆਕੜ ਤੇ ਕਾਬੂ ਪਾ ਲਿਆ, ਸਮਝ ਲਓ ਉਹ ਤਾਂ ਰੱਬ ਦਾ ਰੂਪ ਹੋ ਗਿਆ। ਤੇ ਇਹਦੇ ਲਈ ਗੁਣ ਕੀ ਨੇ ਕਿ ਨਿਮਰਤਾ ਆਪਣੇ ਅੰਦਰ ਰੱਖੋ, ਹਲੀਮੀ ਆਪਣੇ ਅੰਦਰ ਰੱਖੋ, ਉੱਚੇ ਸੁੱਚੇ ਰੁਤਬੇ ਵਾਲੇ ਗੁਣ ਰੱਖੋ ਅੰਦਰ। ਰੁਤਬਾ ਤੁਹਾਡੇ ਅਹੁਦਿਆਂ ਦੇ ਨਾਲ ਤੁਹਾਡੀ ਪਛਾਣ ਨਹੀਂ ਹੁੰਦੀ, ਤੁਹਾਡੇ ਅੰਦਰ ਨਿਮਰਤਾ ਕਿੰਨੀ ਹੈ, ਸੱਚਾਈ ਕਿੰਨੀ ਹੈ, ਉਸ ਦੇ ਨਾਲ ਤੁਹਾਡੀ ਪਛਾਣ ਹੁੰਦੀ ਹੈ। ਉਹੀ ਜੋ ਹੈ ਹਉਮੈ ਤੇ ਆਕੜ ਦੇ ਵਿੱਚ ਇੱਕ ਦੀਵਾਰ ਬਣ ਸਕਦੇ ਹਨ, ਨਿਮਰਤਾ ਤੇ ਹਲੀਮੀ। ਹਉਮੈ ਦਾ ਮੁੱਢ ਹੁੰਦਾ ਕਿੱਥੋਂ ਹੈ? ਆਮ ਤੌਰ ਤੇ ਇਨਸਾਨ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਸ ਵਿੱਚ ਹਉਮੈ ਆ ਗਈ ਹੈ। ਲੇਖਿਕਾ ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਰੋਗਾਂ ਦੀ ਡਾਕਟਰ ਨਹੀਂ ਹੈ, ਜੋ ਇਸ ਦੇ ਵਿੱਚ ਲੇਖਿਕਾ ਹੈ ਡਾਕਟਰ ਹਰਸ਼ਿੰਦਰ ਕੌਰ। ਉਹ ਬੱਚਿਆਂ ਦੇ ਜਿਹੜੇ ਰੋਗ ਹੁੰਦੇ ਹਨ ਉਹਨਾਂ ਦੇ ਲਈ ਇੱਕ ਸਪੈਸ਼ਲਿਸਟ ਡਾਕਟਰ ਦੇ ਰੂਪ ਵਜੋਂ ਉਹ ਦੱਸ ਰਹੀ ਹੈ, ਆਪਣਾ ਐਕਸਪੀਰੀਅੰਸ ਸ਼ੋ ਕਰ ਰਹੀ ਹੈ। ਇਸ ਲਈ ਉਸਨੇ ਛੋਟੇ ਬੱਚਿਆਂ ਤੋਂ ਹੀ ਆਪਣੀ ਗੱਲ ਦੀ ਪੁਸ਼ਟੀ ਕੀਤੀ ਹੈ। ਉਸ ਦਾ ਵਿਚਾਰ ਹੈ ਕਿ ਜਦੋਂ ਬੱਚਿਆਂ ਨੂੰ ਪੈਸੇ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ ਤਾਂ ਉਸ ਵਿੱਚ ਜਦੋਂ ਹੀ ਹਉਮੈ ਦੀ ਪਹਿਲੀ ਕਿਰਨ ਪ੍ਰਵੇਸ਼ ਕਰ ਜਾਂਦੀ ਹੈ। ਬੱਚੇ ਪੀਅਰ ਗਰੁੱਪਸ ਦੇ ਵਿੱਚ ਬੱਚਿਆਂ ਦੇ ਵਿੱਚ ਨਾ ਹਉਮੈ ਕਿੱਦਾਂ ਆਉਂਦੀ ਹੈ? ਇੱਕ ਬੱਚੇ ਨੂੰ ਜਦੋਂ ਪੈਸੇ ਦੀ ਅਹਿਮੀਅਤ ਸਮਝਣੀ ਸ਼ੁਰੂ ਕਰ ਜਾਂਦੀ ਹੈ ਤਾਂ ਉਹ ਆਪਣੇ ਪੈਸੇ ਦੀ ਜਿਹੜੀ ਆਕੜ ਹੁੰਦੀ ਹੈ ਦੂਜੇ ਬੱਚਿਆਂ ਦੇ ਸਾਹਮਣੇ ਦਿਖਾਉਂਦਾ ਹੈ। ਅੱਛੇ ਡਰੈਸਿਸ ਪਾ ਕੇ, ਅੱਛਾ ਬੈਗ ਲੈ ਕੇ, ਅੱਛੇ ਸ਼ੂਜ਼ ਪਾ ਕੇ, ਦੂਸਰੇ ਬੱਚਿਆਂ ਸਾਹਮਣੇ ਪੈਸੇ ਦਾ ਦਿਖਾਵਾ ਕਰਕੇ ਉਹ ਆਪਣੀ ਆਕੜ ਦਿਖਾ ਰਿਹਾ ਹੁੰਦਾ, ਆਪਣੀ ਹਉਮੈ ਦਿਖਾ ਰਿਹਾ ਹੁੰਦਾ ਹੈ, ਉਹ ਆਪਣੀ ਅਮੀਰੀ ਦਾ ਪ੍ਰਗਟਾਵਾ ਕਰ ਰਿਹਾ ਹੁੰਦਾ ਹੈ। ਗਰੀਬ ਦੋਸਤਾਂ ਦਾ ਮਜ਼ਾਕ ਉਡਾਉਣਾ, ਪਰ ਠੀਕ ਹੈ ਇਹ ਹਉਮੈ ਗ੍ਰਸਤ ਵਿਅਕਤੀ ਹੀ ਕਰ ਸਕਦਾ ਹੈ। ਕਈ ਵਾਰ ਅਮੀਰੀ ਗਰੀਬੀ ਦੀ ਕੋਈ ਪਰਵਾਹ ਕੀਤੇ ਬਿਨਾਂ ਦੋਸਤੀ ਵੀ ਹੋ ਜਾਂਦੀ ਹੈ। ਪਰ ਇਸ ਦੇ ਉਲਟ ਕਈ ਜਿਹੜੇ ਹੁੰਦੇ ਨੇ ਅਮੀਰ ਬਹੁਤ ਗਰੀਬਾਂ ਨੂੰ ਆਪਣਾ ਦੋਸਤ ਨਹੀਂ ਬਣਾਉਂਦੇ, ਪਰ ਇਸ ਦੇ ਉਲਟ ਕਈ ਐਸੇ ਵੀ ਹੁੰਦੇ ਹਨ ਜਿਹੜੇ ਅਮੀਰੀ ਗਰੀਬੀ ਦੀ ਪਰਵਾਹ ਨਹੀਂ ਕਰਦੇ ਤੇ ਉਹਨਾਂ ਦੇ ਲਈ ਦੋਸਤੀ ਹੀ ਇੱਕ ਸੱਚਾ ਸੁੱਚਾ ਨਾਤਾ ਹੁੰਦਾ ਹੈ। ਜਦੋਂ ਬੱਚੇ ਥੋੜ੍ਹੇ ਵੱਡੇ ਹੋ ਜਾਂਦੇ ਹਨ ਤਾਂ ਕਈਆਂ ਨੂੰ ਆਪਣੀ ਸੁੰਦਰਤਾ 'ਤੇ ਬੜਾ ਮਾਣ ਹੁੰਦਾ ਹੈ। ਪੀਅਰ ਗਰੁੱਪਸ ਦੇ ਵਿੱਚ ਖੜਨਾ, ਮੈਂ ਬਹੁਤ ਡੈਸ਼ਿੰਗ ਲੱਗਾ, ਠੀਕ ਹੈ, ਮੈਂ ਬਹੁਤ ਸੁੰਦਰ ਲੱਗਾ, ਬੜਾ ਸੋਹਣਾ ਸੁਨੱਖਾ ਲੱਗਾ, ਇਸ ਦੇ ਲਈ ਉਹ ਆਪਣੀ ਫਿਜ਼ੀਕਲ ਚੇਂਜਿਸ ਵੱਲ ਬੜਾ ਧਿਆਨ ਦਿੰਦਾ ਹੈ। ਜਿਮ ਜਾਣਾ, ਆਪਣੇ ਆਪ ਨੂੰ ਅਟਰੈਕਟਿਵ ਦਿਖਾਉਣਾ ਲੋਕਾਂ ਦੇ ਵਿੱਚ, ਇਹ ਉਸ ਦੇ ਅੰਦਰ ਹਉਮੈ ਦਾ ਵਾਸ ਕਰਾਉਣ ਦੇ ਲਈ ਇੱਕ ਸੀੜੀ, ਇੱਕ ਪੌੜੀ ਦਾ ਜ਼ਰੀਆ ਬਣ ਜਾਂਦਾ ਹੈ। ਪਰ ਆਪਣੇ ਵਿਰੋਧੀ ਲਿੰਗ ਵਾਲਿਆਂ ਪ੍ਰਤੀ ਆਕਰਸ਼ਿਤ ਹੋ ਜਾਂਦਾ ਹੈ, ਪਰ ਫਿਰ ਵੀ ਹੰਕਾਰ ਕਾਰਨ ਅਗਲੇ ਨੂੰ ਬੁਲਾਉਂਦਾ ਨਹੀਂ। ਸਿੱਟੇ ਵਜੋਂ ਉਹਨਾਂ ਦੀ ਦੋਸਤੀ ਬਣਦੀ ਨਹੀਂ, ਜੇ ਬਣ ਜਾਵੇ ਤਾਂ ਨਿਭਦੀ ਨਹੀਂ। ਉਸ ਨੂੰ ਇਹ ਲੱਗਦਾ ਹੈ ਕਿ ਪੀਅਰ ਗਰੁੱਪਸ ਦੇ ਵਿੱਚ ਮੈਂ ਸਭ ਤੋਂ ਸੋਹਣਾ ਸੁਨੱਖਾ ਅਤੇ ਸਾਰੇ ਮੇਰੀ ਹੀ ਜੈ ਜੈਕਾਰ ਕਰਨ, ਸਾਰੇ ਮੇਰੇ ਵੱਲ ਹੀ ਅਟਰੈਕਟ ਹੋਣ। ਉਸ ਨੂੰ ਦੂਸਰਿਆਂ ਦੀ ਅਟੈਂਸ਼ਨ ਲੈਣੀ ਜਿਹੜੀ ਹੈ ਉਹ ਬਹੁਤ ਚੰਗੀ ਲੱਗਦੀ ਹੈ। ਅਜੇ ਵਿਦਿਆਰਥੀ ਅਟੈਂਸ਼ਨ ਸੀਕਰ ਹੁੰਦੇ ਆ ਕਿ ਹਰ ਕੋਈ ਉਹਦੇ ਵੱਲ ਹੀ ਧਿਆਨ ਦੇਵੇ, ਕਿਸੇ ਦੂਸਰੇ ਵੱਲ ਨਹੀਂ, ਕਿਉਂਕਿ ਉਸ ਨੂੰ ਆਪਣੇ ਸੋਹਣੇ ਹੋਣ ਦਾ ਹੰਕਾਰ ਹੈ। ਹੰਕਾਰੀ ਦੀ ਪਛਾਣ ਕਿੱਥੋਂ ਹੁੰਦੀ ਹੈ? ਹੰਕਾਰੇ ਹੋਏ ਵਿਅਕਤੀ ਇਹੋ ਪਛਾਣ ਹੈ ਕਿ ਉਹ ਆਪਣੇ ਬਾਰੇ ਮਾਮੂਲੀ ਜਿਹੀ ਟੋਕਾ ਟਾਕੀ ਵੀ ਬਰਦਾਸ਼ਤ ਨਹੀਂ ਕਰਦਾ। ਹੰਕਾਰਿਆ ਵਿਅਕਤੀ ਕਦੀ ਵੀ ਇਹ ਨਹੀਂ ਚਾਹੁੰਦਾ ਕਿ ਕੋਈ ਦੂਸਰਾ ਉਸ ਨੂੰ ਕਹੇ ਤੂੰ ਗਲਤ ਹੈ, ਬਿਲਕੁਲ ਨਹੀਂ। ਉਹ ਕਹਿੰਦਾ ਮੈਂ ਸਹੀ ਹਾਂ, ਮੈਂ ਜੋ ਕਰ ਰਿਹਾ ਬਿਲਕੁਲ ਸਹੀ ਕਰ ਰਿਹਾ, ਜੋ ਮੈਂ ਕਹਿ ਰਿਹਾ ਹਾਂ ਬਿਲਕੁਲ ਸਹੀ ਕਹਿ ਰਿਹਾ ਹਾਂ, ਜੋ ਮੈਂ ਸੋਚ ਰਿਹਾ ਬਿਲਕੁਲ ਸਹੀ ਸੋਚ ਰਿਹਾ ਹਾਂ, ਔਰ ਜੋ ਮੈਂ ਕੀਤਾ ਹੈ ਉਹ ਬਿਲਕੁਲ ਸਹੀ ਕੀਤਾ ਹੈ। ਕਿਸੇ ਦੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕਰਦਾ ਹੰਕਾਰਿਆ ਵਿਅਕਤੀ। ਜੇ ਉਸ ਦੀ ਗੱਲ ਨੂੰ ਟੋਕਿਆ ਜਾਵੇ ਤਾਂ ਉਹ ਆਪਣੇ ਆਪ ਤੋਂ ਬਾਹਰ ਹੋ ਜਾਂਦਾ ਹੈ, ਸਾਥੀਆਂ ਤੋਂ ਵੀ ਦੂਰੀ ਬਣਾ ਕੇ ਰੱਖਦਾ ਹੈ। ਆਪ ਭਾਵੇਂ ਮਹਿੰਗੇ ਪਹਿਰਾਵੇ ਪਾਵੇ ਪਰ ਦੂਜਿਆਂ ਦੇ ਵਧੀਆ ਪਹਿਰਾਵੇ ਵੇਖ ਕੇ ਈਰਖਾ ਕਰਦਾ ਹੈ। ਉਸ ਨੂੰ ਓਬਵੀਅਸ ਹੈ, ਚਾਰ ਬੰਦਿਆਂ ਦੇ ਵਿੱਚ ਖੜ ਕੇ ਉਸ ਨੂੰ ਇਹ ਲੱਗਦਾ ਹੈ ਕਿ ਮੇਰਾ ਡਰੈਸਅਪ ਜਾਂ ਮੇਰੀ ਡਰੈਸਿੰਗ ਸੈਂਸ ਬਹੁਤ ਸੋਹਣੀ ਹੈ। ਭਾਵੇਂ ਦੂਜੇ ਨੇ ਵੀ ਮਹਿੰਗੇ ਤੋਂ ਮਹਿੰਗਾ ਕੱਪੜਾ, ਬੜਾ ਸੋਹਣਾ ਕੱਪੜਾ ਪਾਇਆ, ਪਰ ਉਸ ਨੂੰ ਇਹ ਲੱਗਦਾ ਕਿ ਨਹੀਂ, ਮੇਰੀ ਡਰੈਸ ਦੀ ਤਾਰੀਫ ਹੋਵੇ, ਮੇਰੀ ਤਾਰੀਫ ਹੋਵੇ, ਕਿਉਂਕਿ ਮੈਂ ਬਹੁਤ ਵਧੀਆ ਕੱਪੜੇ ਪਾਏ ਹਨ, ਕਿਉਂਕਿ ਉਸ ਦੇ ਅੰਦਰ ਅਹੰਕਾਰ ਹੈ, ਹਉਮੈ ਹੈ, ਹੈਂਕੜ ਹੈ। ਲੇਖਿਕਾ ਨੇ ਇੱਕ ਘਟਨਾ ਨੂੰ ਬੜੀ ਬਖੂਬੀ ਇੱਥੇ ਬਿਆਨ ਕੀਤਾ ਹੈ। ਲੇਖਿਕਾ ਇੱਕ ਘਟਨਾ ਬਾਰੇ ਦੱਸਦੀ ਹੈ ਕਿ ਉਸ ਦੇ ਦਿਲ ਦਿਮਾਗ 'ਤੇ ਪੂਰੀ ਤਰ੍ਹਾਂ ਹਾਵੀ ਰਹੀ ਸੀ ਉਹ ਘਟਨਾ। ਉਹ ਦੱਸਦੀ ਹੈ ਕਿ ਛੋਟਾ ਜਿਹਾ ਬੱਚਾ ਸੀ ਜੋ ਉਸ ਦੀ ਬੇਟੀ ਨਾਲ ਦੂਸਰੀ ਜਮਾਤ ਵਿੱਚ ਪੜ੍ਹਦਾ ਸੀ।
ਇੱਕ ਦਿਨ ਉਹ ਬੁਰੀ ਤਰ੍ਹਾਂ ਜ਼ਖਮੀ ਹੋਇਆ, ਉਸਦੇ ਹਸਪਤਾਲ ਵਿੱਚ ਆਇਆ। ਲੇਖਕਾਂ ਨੇ ਉਸਦੀ ਮੱਲਮ ਪੱਟੀ ਕੀਤੀ। ਉਸ ਦੀ ਮਾਂ ਦਾ ਰੋਣ ਥੰਮਿਆ ਨਹੀਂ ਸੀ ਜਾ ਰਿਹਾ। ਲੇਖਕਾਂ ਨੇ ਉਸ ਤੋਂ ਬੱਚੇ ਦੀ ਇਸ ਹਾਲਤ ਬਾਰੇ ਜਾਣਨਾ ਚਾਹਿਆ। ਉਸਨੇ ਦੱਸਿਆ ਕਿ ਉਸ ਦਾ ਪਿਓ ਨਵੀਂ ਤੇ ਮਹਿੰਗੀ ਕਾਰ ਲੈ ਕੇ ਆਇਆ ਸੀ। ਕਾਰ ਦੀ ਖੁਸ਼ੀ ਵਿੱਚ ਉਸਨੇ ਆਪਣੇ ਦੋਸਤਾਂ ਨੂੰ ਘਰ ਬੁਲਾਇਆ, ਪਾਰਟੀ ਦਿੱਤੀ ਤੇ ਬੱਚੇ ਨੇ ਕਾਰ ਤੇ ਕਿੱਲ ਨਾਲ ਝਰੀਟਾਂ ਮਾਰ ਦਿੱਤੀਆਂ। ਬਸ ਇਹੀ ਉਸ ਪਿਓ ਤੋਂ ਜਰਿਆ ਨਾ ਗਿਆ ਤੇ ਉਸ ਪਿਓ ਨੇ ਕਾਰ ਦੇ ਵਿੱਚੋਂ ਰੈਂਚ ਕੱਢ ਕੇ ਤੇ ਬੱਚੇ ਦੇ ਹੱਥ ਤੇ ਮਾਰਿਆ ਔਰ ਬੱਚੇ ਦਾ ਹੱਥ ਬੁਰੀ ਤਰ੍ਹਾਂ ਕੁਚਲ ਦਿੱਤਾ, ਤੋੜ ਦਿੱਤਾ। ਪਰ ਬੱਚਾ ਇਸ ਚੀਜ਼ ਨੂੰ ਕਬੂਲ ਨਹੀਂ ਕਰ ਰਿਹਾ ਸੀ। ਉਹ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਮੈਂ ਕਾਰ ਤੇ ਝਰੀਟਾਂ ਨਹੀਂ ਮਾਰੀਆਂ, ਮੈਂ ਤਾਂ ਕਾਰ ਦੇ ਉੱਤੇ ਸਿਰਫ ਤੇ ਸਿਰਫ ਕੀ ਲਿਖ ਰਿਹਾ ਸੀ, ਆਈ ਲਵ ਯੂ ਪਾਪਾ। ਪਾਪਾ ਸ਼ਬਦ ਹਾਲੇ ਲਿਖਿਆ ਵੀ ਨਹੀਂ ਸੀ ਕਿ ਪਾਪਾ ਮਾਰਨ ਲੱਗ ਪਏ। ਬੱਚੇ ਕੋਲੋਂ ਸੱਚ ਸੁਣ ਕੇ ਲੇਖਿਕਾ ਦਾ ਦਿਲ ਪਸੀਜ ਗਿਆ। ਕੁਝ ਸਮੇਂ ਬਾਅਦ ਉਸ ਹੰਕਾਰੀ ਪਿਤਾ ਤੇ ਬੱਚੇ ਦੀ ਮਾਂ ਦਾ ਤਲਾਕ ਹੋ ਗਿਆ। ਉਸ ਦੀ ਮਾਂ ਉਸ ਬੱਚੇ ਨੂੰ ਲੈ ਕੇ ਪਟਿਆਲਾ ਛੱਡ ਕੇ ਚਲੀ ਗਈ। ਸੋ ਬੇਸਿਕਲੀ ਪਟਿਆਲੇ ਦੀ ਹੀ ਇੱਕ ਕਹਾਣੀ ਹੈ ਤੇ ਉਹ ਹਸਪੀਟਲ ਵਿੱਚ ਜੋ ਇਨਸੀਡੈਂਟ ਹੋਇਆ, ਬੱਚੇ ਦਾ ਹੱਥ ਜਿਸ ਤਰੀਕੇ ਦੇ ਨਾਲ ਖੂਨੀ ਹੱਥ ਲੱਥਪੱਥ ਹੋ ਕੇ ਹਸਪਤਾਲ ਦੇ ਵਿੱਚ ਆਇਆ, ਉਸ ਡਾਕਟਰਨੀ ਸਾਹਿਬਾ ਨੇ ਫਿਰ ਬੱਚੇ ਤੋਂ ਪੁੱਛਿਆ, ਮਾਂ ਤੋਂ ਪੁੱਛਿਆ ਔਰ ਜਿਸ ਦਰਦਮਈ ਕਰੁਣਾਮਈ ਸਥਿਤੀ ਦੇ ਵਿੱਚ ਉਹਨਾਂ ਨੇ ਉਹ ਚੀਜ਼ਾਂ ਨੂੰ ਦੱਸਿਆ, ਵਾਕਈ ਹੀ ਦਿਲ ਪਸੀਜ ਦੇਣ ਵਾਲੀ ਉਹ ਘਟਨਾ ਸੀ ਕਿ ਜਿਸ ਤੇ ਡਾਕਟਰ ਹਰਸ਼ਿੰਦਰ ਕੌਰ ਜਿਹੜੀ ਬੱਚਿਆਂ ਦੀ ਡਾਕਟਰ ਸੀ, ਉਸ ਨੂੰ ਵੀ ਬਹੁਤ ਤਰਸ ਆਇਆ। ਲੇਖਿਕਾ ਦੱਸਦੀ ਹੈ ਕਿ ਜੇਕਰ ਤੁਹਾਡਾ ਕਿਸੇ ਹੈਂਕੜਬਾਜ਼ ਨਾਲ ਵਾਹ ਪੈ ਵੀ ਜਾਵੇ ਤਾਂ ਮਜਬੂਰਨ ਉਸ ਨਾਲ ਨਿਭਾਉਣੀ ਵੀ ਪਵੇ ਤਾਂ ਮਨ ਤੇ ਚਿੰਤਾ ਲਾਉਣ ਦੀ ਕੋਈ ਲੋੜ ਨਹੀਂ। ਉਸ ਨਾਲ ਨਜਿੱਠਣ ਲਈ ਇਹ ਨੁਸਖੇ ਅਜਮਾਏ ਜਾ ਸਕਦੇ ਹਨ। ਨੁਸਖੇ ਸੁਣੋ ਕਿ ਤੁਹਾਡੇ ਸਾਹਮਣੇ ਜੇ ਕੋਈ ਹੰਕਾਰਿਆ ਵਿਅਕਤੀ, ਹੈਂਕੜ ਵਾਲਾ ਵਿਅਕਤੀ, ਹਉਮੈ ਵਾਲਾ ਵਿਅਕਤੀ, ਆਕੜ ਵਾਲਾ ਵਿਅਕਤੀ ਖੜਾ ਹੈ ਤਾਂ ਤੁਸੀਂ ਉਸ ਦੇ ਨਾਲ ਕਿਸ ਤਰ੍ਹਾਂ ਨਜਿੱਠੋਗੇ ਜਾਂ ਉਹਨੂੰ ਕਿਸ ਤਰੀਕੇ ਨਾਲ ਡੀਲ ਕਰੋਗੇ। ਪਹਿਲਾਂ ਤਾਂ ਇਹ ਪੱਕਾ ਕਰ ਲਓ ਕਿ ਉਹ ਸੱਚਮੁੱਚ ਆਕੜ ਖਾਂ ਹੈ ਜਾਂ ਉਸ ਤੋਂ ਕੋਈ ਗਲਤੀ ਹੋਈ ਹੈ ਜਾਂ ਤੁਹਾਡੇ ਤੋਂ ਕੋਈ ਗਲਤੀ ਹੋਈ ਹੈ, ਕਿਉਂਕਿ ਗਲਤੀ ਦੀ ਮੁਆਫੀ ਮੰਗੀ ਜਾ ਸਕਦੀ ਹੈ। ਹੰਕਾਰੀ ਵਿਅਕਤੀ ਕਿਸੇ ਦੀ ਪ੍ਰਸ਼ੰਸਾ ਨਹੀਂ ਸੁਣ ਸਕਦਾ। ਜੇਕਰ ਇਹੋ ਜਿਹੇ ਹੰਕਾਰੀ ਨੇ ਤੁਹਾਡੀ ਬੇਇੱਜ਼ਤੀ ਕਰ ਦਿੱਤੀ ਹੋਵੇ ਤਾਂ ਦਿਲ ਤੇ ਨਾ ਲਾਓ, ਬਲਕਿ ਉਸ ਦੀ ਗੱਲ ਵਿੱਚੋਂ ਹੀ ਹਾਸੇ ਮਜ਼ਾਕ ਵਾਲੀ ਗੱਲ ਲੱਭ ਕੇ ਉਸ ਤੇ ਹੱਸੋ। ਬਿਲਕੁਲ ਸਹੀ ਗੱਲ ਕਹੀ ਹੈ ਲੇਖਕਾਂ ਨੇ। ਹੰਕਾਰੇ ਵਿਅਕਤੀ ਦੀ ਕਿਸੇ ਵੀ ਗੱਲ ਨੂੰ ਆਪਣੇ ਦਿਮਾਗ, ਆਪਣੇ ਜ਼ਿਹਨ ਵਿੱਚ ਵਸਾਉਣ ਦੀ ਲੋੜ ਨਹੀਂ ਹੁੰਦੀ, ਆਪਣੇ ਦਿਲ ਵਿੱਚ ਵਸਾਉਣ ਦੀ ਲੋੜ ਨਹੀਂ ਹੁੰਦੀ। ਜੇਕਰ ਤੁਸੀਂ ਕਿਸੇ ਹੰਕਾਰੇ ਗਏ ਵਿਅਕਤੀ ਦੀਆਂ ਗੱਲਾਂ ਨੂੰ ਆਪਣੇ ਜ਼ਿਹਨ, ਆਪਣੇ ਦਿਮਾਗ ਦੇ ਵਿੱਚ ਵਸਾਓਗੇ ਤਾਂ ਡੈਫੀਨੇਟਲੀ ਕੋਈ ਬਿਮਾਰੀ ਲਾਓਗੇ, ਟੈਨਸ਼ਨ ਵਿੱਚ ਰਹੋਗੇ, ਡਿਪਰੈਸ਼ਨ ਵਿੱਚ ਚਲੇ ਜਾਓਗੇ ਤੇ ਜਿਸ ਦਾ ਕੋਈ ਆਊਟਪੁੱਟ ਨਹੀਂ ਨਿਕਲੇਗੀ। ਰਾਈਟ। ਸੋ ਲੇਖਕ ਆਪਣੀ ਹੱਡਬੀਤੀ ਦੱਸਦੀ ਹੈ ਕਿ ਉਸਦੇ ਕਾਲਜ ਵਿੱਚ ਪ੍ਰਿੰਸੀਪਲ ਬਹੁਤ ਹੀ ਹੈਂਕੜਬਾਜ਼ ਸੀ। ਇਸ ਲਈ ਵਿਦਿਆਰਥੀਆਂ ਨੇ ਉਸ ਨੂੰ ਤੰਗ ਕਰਨ ਲਈ ਇੱਕ ਵਾਕ ਬਣਾਇਆ ਸੀ, ਖੜਕ ਸਿੰਘ ਕੇ ਖੜਕਨੇ ਸੇ ਖੜਕਤੀ हैं खिड़कियाँ, खिड़कियों के खड़कने से खड़कता है खड़क ਸਿੰਘ। ਇਹ ਸਤਰਾਂ ਇੰਨੀਆਂ ਪ੍ਰਸਿੱਧ ਹੋ ਗਈਆਂ ਕਿ ਹੁਣ ਜਿਹੇ ਕਿਸੇ ਫਿਲਮ ਵਿੱਚ ਵੀ ਵਰਤੀਆਂ ਗਈਆਂ ਹਨ। ਮਨੋਵਿਗਿਆਨਿਕਾਂ ਦਾ ਕੀ ਸੁਝਾਅ ਹੈ? ਮਨੋਵਿਗਿਆਨੀ ਦਾ ਸੁਝਾਅ ਦਿੱਤਾ ਹੈ ਕਿ ਕਿਸੇ ਫਜ਼ੂਲ ਕਿਸਮ ਦੇ ਹੰਕਾਰੀ ਬੰਦੇ ਤੋਂ ਬਕਵਾਸ ਸੁਣ ਲੈਣ ਤੋਂ ਬਾਅਦ ਵੀ ਆਪਣੇ ਆਪ ਨੂੰ ਬੇਕਾਬੂ ਨਾ ਹੋਣ ਦਿਓ। ਇਸ ਲਈ ਹੰਕਾਰੀ ਬੰਦੇ ਦੀ ਹਉਮੈ ਨੂੰ ਸੱਟ ਜ਼ਰੂਰ ਵੱਜੇਗੀ। ਉਹ ਸੋਚੇਗਾ ਕਿ ਉਸਦੇ ਬੋਲਣ ਦਾ ਇਸ 'ਤੇ ਕੋਈ ਅਸਰ ਨਹੀਂ ਹੋਇਆ। ਬਿਲਕੁਲ ਸਹੀ ਕਿਹਾ ਹੈ। ਸਾਈਕੋਲੋਜਿਸਟ ਬਿਲਕੁਲ ਸਹੀ ਗੱਲ ਦੱਸਦੇ ਹਨ ਕਿ ਹਉਮੈ ਗ੍ਰਸਤ ਵਿਅਕਤੀ ਦੀ ਗੱਲ ਨੂੰ ਸੁਣ ਕੇ ਤਵੱਜੋ ਨਾ ਦਿਓ, ਇੰਪੋਰਟੈਂਸ ਨਾ ਦਿਓ। ਜਦੋਂ ਤੁਸੀਂ ਉਸ ਗੱਲ ਨੂੰ ਰਿਵਰਟ ਨਹੀਂ ਕਰੋਗੇ, ਉਸਦਾ ਰਿਵਰਟ ਬੈਕ ਨਹੀਂ ਦੋਗੇ ਤਾਂ ਡੈਫੀਨੇਟਲੀ ਆ ਹੈਂਕੜਬਾਜ਼ ਵਿਅਕਤੀ ਨੂੰ ਇਹ ਗੱਲ ਲੱਗੇਗੀ ਕਿ ਇਸ ਨੂੰ ਮੇਰੀਆਂ ਗੱਲਾਂ ਦਾ ਕੋਈ ਅਸਰ ਹੀ ਨਹੀਂ ਹੈ। ਜਦੋਂ ਉਸ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਤਾਂ ਡੈਫੀਨੇਟਲੀ ਹੈ ਕਿ ਤੁਸੀਂ ਉਸ ਹਉਮੈ ਦੇ ਘੇਰੇ ਦੇ ਵਿੱਚ ਫਸਣ ਤੋਂ ਬਚ ਗਏ ਹੋ, ਉਸ ਦੀ ਬੁਰੀ ਮਾਰ ਤੋਂ ਬਚ ਗਏ ਹੋ। ਨਾਲ ਹੀ ਇਹ ਸੁਝਾਅ ਵੀ ਦਿੱਤਾ ਹੈ ਕਿ ਠਰਮੇ ਪਰ ਥੋੜ੍ਹੀ ਸਖਤੀ ਨਾਲ ਉਸ ਨੂੰ ਚੇਤਾਵਨੀ ਜ਼ਰੂਰ ਦੇਣੀ ਚਾਹੀਦੀ ਹੈ ਕਿ ਅੱਗੋਂ ਤੋਂ ਉਸ ਤਰ੍ਹਾਂ ਨਾਲ ਨਹੀਂ ਬੋਲਣਾ। ਹਾਂ, ਇਹ ਜ਼ਰੂਰ ਹੈ ਕਿ ਥੋੜ੍ਹੇ ਧੀਰਜ ਨਾਲ ਪਰ ਥੋੜ੍ਹੀ ਜਿਹੀ ਸਖਤਾਈ ਨਾਲ ਹਉਮੈਗ੍ਰਸਤ ਵਿਅਕਤੀ ਨੂੰ ਆਪਣਾ ਜਵਾਬ ਵੀ ਦਿਓ ਤਾਂ ਜੋ ਦੁਬਾਰਾ ਉਹ ਤੁਹਾਡੀ ਸਭਾ ਦੇ ਵਿੱਚ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਨਾ ਕਰੇ। ਜੇਕਰ ਅਜਿਹਾ ਬੰਦਾ ਤੁਹਾਡੀ ਬੇਇੱਜ਼ਤੀ ਕਰਨੀ ਚਾਹੁੰਦਾ ਹੈ ਤਾਂ ਉਸ ਦੇ ਕੋਲ ਹੀ ਨਾ ਠਹਿਰੋ, ਸਗੋਂ ਕੋਈ ਬਹਾਨਾ ਲਾ ਕੇ ਤੁਰਦੇ ਬਣੋ। ਅਜਿਹੇ ਵਿਅਕਤੀ ਜਿਸ ਵਿਅਕਤੀ ਬਾਰੇ ਤੁਸੀਂ ਜਾਣਦੇ ਹੋ ਕਿ ਉਹ ਘਮੰਡ ਨਾਲ ਭਰਿਆ, ਹੈਂਕੜ ਨਾਲ ਭਰਿਆ ਹੈ, ਆਕੜ ਨਾਲ ਭਰਿਆ ਹੈ, ਉਹ ਕਿਸੇ ਵੀ ਸਮੇਂ ਕਿਸੇ ਦੇ ਵੀ ਵਿੱਚ ਬੈਠ ਕੇ ਸਾਡੀ ਬੇਇੱਜ਼ਤੀ ਕਰ ਸਕਦਾ ਹੈ, ਤਾਂ ਅਜਿਹੇ ਬੰਦੇ ਦੇ ਵਿੱਚ ਬੈਠੋ ਨਾ। ਉਸ ਨੂੰ ਆਪਣਾ ਦੋਸਤ ਬਣਾਉਣ ਦੀ ਵੀ ਕੋਈ ਲੋੜ ਨਹੀਂ ਹੈ, ਉਸ ਤੋਂ ਕਿਨਾਰਾ ਕਰ ਲਓ। ਸੋ ਇੱਕ ਹੋਰ ਹੈ ਕਿ ਜੇਕਰ ਤੁਸੀਂ ਨੌਕਰੀ ਪੇਸ਼ਾ ਹੋ ਜਾਂ ਘਰ ਦੀਆਂ ਗੱਲਾਂ ਦਫ਼ਤਰ ਵਿੱਚ ਨਾ ਕਰੋ ਤੇ ਨਾ ਹੀ ਦਫ਼ਤਰ ਦੀਆਂ ਗੱਲਾਂ ਘਰ ਵਿੱਚ, ਕਈ ਵਾਰ ਇਹਨਾਂ ਨਾਲ ਵੀ ਤਣਾਅ ਪੈਦਾ ਹੋ ਜਾਂਦਾ ਹੈ। ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਦੋਨਾਂ ਨੂੰ ਅਲੱਗ-ਅਲੱਗ ਰੱਖੋ। ਜੇਕਰ ਅਸੀਂ ਆਪਣੀ ਸ਼ਖਸੀਅਤ ਵਿੱਚ ਕਮਾਲ ਦਾ ਨਿਖਾਰ ਲਿਆਉਣਾ ਚਾਹੁੰਦੇ ਹਾਂ ਤਾਂ ਹੰਕਾਰ ਨੂੰ ਕਦੇ ਵੀ ਆਪਣੇ ਨੇੜੇ ਨਾ ਆਉਣ ਦਿਓ, ਕਿਉਂਕਿ ਹੰਕਾਰ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਫਰਮਾਇਆ ਹੈ, ਹਉਮੈ ਆਪਣੇ ਆਪ ਵਿੱਚ ਬਹੁਤ ਵੱਡਾ ਰੋਗ ਹੈ, ਨਾਲ ਹੀ ਇਸ ਦਾ ਇਲਾਜ ਤੇ ਦਵਾਈ ਵੀ ਇਸੇ ਵਿੱਚ ਹੀ ਹੈ। ਭਾਵ ਹਉਮੈ ਦਾ ਤਿਆਗ ਕਰਨਾ ਚਾਹੀਦਾ ਹੈ।
ਹਉਮੈਗ੍ਰਸਤ ਵਿਅਕਤੀ ਦੇ ਨੇੜੇ ਖੜਨਾ ਨਹੀਂ ਚਾਹੀਦਾ, ਹਉਮੈ ਨੂੰ ਆਪਣੇ ਨੇੜੇ ਵੀ ਨਹੀਂ ਆਉਣ ਦੇਣਾ ਚਾਹੀਦਾ। ਜਦੋਂ ਕਿਸੇ ਵਿਅਕਤੀ ਨੂੰ ਆਪਣੇ ਸਵੈ ਵਿਸ਼ਵਾਸ ਤੇ ਹੰਕਾਰ ਨਹੀਂ ਰਹਿੰਦਾ, ਉਦੋਂ ਉਹ ਵਿਅਕਤੀ ਸਤਿਕਾਰਯੋਗ ਬਣ ਜਾਂਦਾ ਹੈ। ਕੌਨਫੀਡੈਂਸ ਕਰਨਾ ਸਹੀ ਹੈ, ਆਪਣੇ ਤੇ ਵਿਸ਼ਵਾਸ ਕਰਨਾ ਸਹੀ ਹੈ, ਪਰ ਉਸ ਵਿਸ਼ਵਾਸ ਨੂੰ ਇੰਨਾ ਪੱਕਾ ਕਰਕੇ ਘਮੰਡ ਬਣਾ ਲੈਣਾ ਉਹ ਗਲਤ ਹੈ। ਇਸੇ ਕਰਕੇ ਗੁਰੂ ਜੀ ਨੇ ਵੀ ਦੱਸਿਆ ਹੈ ਕਿ ਹਉਮੈ ਰੋਗ ਜ਼ਰੂਰ ਹੈ, ਲੇਕਿਨ ਉਸ ਰੋਗ ਦੀ ਦਵਾਈ ਉਸੇ ਵਿੱਚ ਹੀ ਛੁਪੀ ਹੁੰਦੀ ਹੈ। ਭਾਵ ਆਪਣੇ ਤੇ ਵਿਸ਼ਵਾਸ ਕਰੋ, ਉਸ ਨੂੰ ਉਸ 'ਤੇ ਹਾਵੀ ਨਾ ਹੋਣ ਦਿਓ, ਆਕੜ ਨਾ ਰੱਖੋ, ਹਉਮੈ ਨਾ ਰੱਖੋ। ਸੋ ਮਾਈ ਡੀਅਰ ਸਟੂਡੈਂਟ, ਤੁਸੀਂ ਆਮ ਜ਼ਿੰਦਗੀ ਦੇ ਵਿੱਚ ਵੀ ਆਪਣੇ ਅੰਦਰ ਅਜਿਹੀ ਬੁਰੀ ਨਿਆਮਤ ਨੂੰ ਘਰ ਕਰਨ ਨਹੀਂ ਦੇਣਾ, ਕਿਉਂਕਿ ਹਉਮੈਗ੍ਰਸਤ ਵਿਅਕਤੀ ਕਿਸੇ ਜੋਗਾ ਨਹੀਂ ਰਹਿੰਦਾ, ਕਿਸੇ ਪਾਸੇ ਜੋਗਾ ਨਹੀਂ ਰਹਿੰਦਾ। ਹਉਮੈਗ੍ਰਸਤ ਵਿਅਕਤੀ ਜਿਹੜਾ ਹੈ ਉਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ, ਆਪਣੇ ਕੋਲ ਬਿਠਾਉਣਾ ਵੀ ਕੋਈ ਪਸੰਦ ਨਹੀਂ ਕਰਦਾ। ਸੋ ਹਉਮੈ ਦਾ ਤਿਆਗ ਕਰਨਾ ਚਾਹੀਦਾ ਹੈ। ਉਸ ਦੀ ਜਗ੍ਹਾ ਨਿਮਰਤਾ, ਹਲੀਮੀ, ਸਾਦਗੀ, ਸੱਚਾਈ ਵਰਗੇ ਗੁਣਾਂ ਨੂੰ ਅਪਣਾਓ ਤਾਂ ਆਪਣੇ ਆਪ ਹੀ ਹਉਮੈ ਜਿਹੜੀ ਹੈ ਤੁਹਾਡੇ ਅੰਦਰੋਂ ਬਾਹਰ ਨਿਕਲ ਜਾਵੇਗੀ। ਸੋ ਮਾਈ ਡੀਅਰ ਸਟੂਡੈਂਟਸ, ਇਸ ਆਡੀਓ ਨੂੰ ਸੁਣੋ ਤੇ ਆਡੀਓ ਸੁਣਨ ਤੋਂ ਬਾਅਦ ਇਸ ਪਾਠ ਦੇ ਜਿੰਨੇ ਵੀ ਪ੍ਰਸ਼ਨ ਉੱਤਰ ਹਨ ਉਹਨਾਂ ਨੂੰ ਯਾਦ ਵੀ ਕਰੋ, ਲਿਖੋ ਵੀ, ਰਿਵੀਜ਼ਨ ਵੀ ਕਰੋ। ਠੀਕ ਹੈ ਮਾਈ ਡੀਅਰ ਸਟੂਡੈਂਟ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਆਪਣਾ ਕੰਮ ਕਰੋਗੇ। ਸੋ ਹੁਣ ਮੈਂ ਤੁਹਾਡੇ ਸਾਰੇ ਤੋਂ ਇਜਾਜ਼ਤ ਲੈਣਾ ਹਾਂ। ਇੱਕ ਨਵੇਂ ਵਿਸ਼ੇ ਦੇ ਨਾਲ ਮੈਂ ਫਿਰ ਤੋਂ ਹਾਜ਼ਰ ਹੋਵਾਂਗਾ। ਤੁਹਾਡਾ ਆਪਣਾ ਅਧਿਆਪਕ ਯੋਗੇਸ਼ ਸ਼ਰਮਾ। ਧੰਨਵਾਦ।